All student class ninth join the live session. All student of class ninth join the live session of History Chapter 1 French Revolution. Subtopic The Reign of Terror. At a time of 2:35, we will starting teaching main content of our class ninth. Okay, now let's we start. ਸਾਡਾ ਅੱਜ ਦਾ ਚੈਪਟਰ ਹੈਗਾ ਚੈਪਟਰ ਨੰਬਰ 1 ਹਿਸਟਰੀ ਫ੍ਰੈਂਚ ਰੈਵੋਲੂਸ਼ਨ ਐਂਡ ਸਬ ਟੌਪਿਕ ਹੈਗਾ ਦਾ ਰੇਨ ਆਫ ਟੈਰਰ 3.1 ਡਰ ਦਾ ਮਾਹੌਲ ਜਾਂ ਟਾਈਮ ਜਾਂ ਸਮਾਂ ਦਾ ਰੇਨ ਆਫ ਟੈਰਰ। ਟੈਰਰ ਵਰਡ ਤੁਸੀਂ ਸਟੂਡੈਂਟ ਸੁਣਿਆ ਹੀ ਹੈਗਾ। ਟੈਰਰਿਜ਼ਮ ਵੀ ਟੈਰਰ 'ਤੇ ਹੀ ਬਣਿਆ ਹੈਗਾ। ਟੈਰਰ ਦਾ ਡਰ ਆਤੰਕ ਦਾ ਜਿਹੜਾ ਹੈਗਾ ਮਾਹੌਲ ਦਾ ਰੇਨ ਆਫ ਟੈਰਰ ਦਾ ਪੀਰੀਅਡ from 1793 to 1794 is referred to as an reign of terror। ਤੁਸੀਂ ਵਰਡ ਜਿਹੜਾ reign ਹੈ ਇਹਦਾ ਮੀਨਿੰਗ ਫਾਈਂਡ ਕਰਨਾ। ਜਿਹੜਾ ਪੀਰੀਅਡ ਸੀਗਾ 1793 ਤੋਂ ਲੈ ਕੇ 1794 ਉਹਨੂੰ ਆਪਾਂ ਰੈਫਰ ਕਰਦੇ ਹਾਂ ਕਿ ਉਹ ਜਿਹੜਾ ਸਮਾਂ ਸੀਗਾ ਫਰਾਂਸ ਦੇ ਵਿੱਚ ਆਤੰਕ ਦਾ ਟਾਈਮ ਸੀਗਾ। ਜਿਵੇਂ ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ, ਜਿਵੇਂ 1984 ਜਿਹੜਾ ਹੈਗਾ ਇੰਡੀਆ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਵੀ ਇੱਕ ਟਾਈਮ ਰਿਹਾ ਹੈਗਾ। ਤਾਂ ਉਸੇ ਤਰ੍ਹਾਂ ਹੀ ਜਿਹੜਾ ਹੈਗਾ 1793 ਤੋਂ ਲੈ ਕੇ 1794 ਜਿਹੜਾ ਸਮਾਂ ਸੀਗਾ ਉਹ ਫਰਾਂਸ ਦੀ ਹਿਸਟਰੀ ਦੇ ਵਿੱਚ ਇੱਕ ਆਤੰਕ ਦਾ ਜਿਹੜਾ ਸਮਾਂ ਸੀਗਾ, ਡਰ ਦਾ ਮਾਹੌਲ ਸੀਗਾ ਲੋਕਾਂ ਦੇ ਵਿੱਚ। ਕਿਉਂ ਸੀਗਾ ਆਪਾਂ ਪੜ੍ਹਦੇ ਹਾਂ। ਰੋਬੇਸਪੀਰੇ followed a policy of severe control and punishment। ਜਿਹੜਾ ਰੋਬੇਸਪੀਰੇ ਸੀਗਾ ਜੈਕਬਨ ਗਰੁੱਪ ਦਾ ਜਿਹੜਾ ਲੀਡਰ ਸੀਗਾ, ਉਹਨੇ ਕੀ ਪਾਲਿਸੀ ਫੋਲੋ ਕੀਤੀ ਸੀਗੀ ਕਿ ਸਾਰੇ ਚੀਜ਼ਾਂ ਦੇ ਆਪ ਹੀ ਖੁਦ ਕੰਟਰੋਲ ਕਰ ਲਏ। ਪਾਲਿਸੀ ਉਹਨੇ ਇਹ ਬਣਾਈ ਕਿ ਹਰ ਇੱਕ ਚੀਜ਼ ਨੂੰ ਉਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਆਲ ਦੋਜ਼ whom he saw being enemies of the republic। ਜਿਵੇਂ ਉਹਨੇ ਦੇਖਿਆ ਕਿ ਕੋਈ ਵੀ ਜਿਹੜਾ ਦੁਸ਼ਮਣ ਹੈਗਾ ਰਿਪਬਲਿਕ ਗਵਰਨਮੈਂਟ ਜਿਹੜੀ ਬਣੀ ਸੀਗੀ, ਉਹਨੂੰ ਲੱਗਦਾ ਸੀ ਕਿ ਕੋਈ ਉਹਨੂੰ ਬਦਲਣ ਦੀ ਕੋਸ਼ਿਸ਼ ਕਰੂਗਾ। ਉਹ being enemy of the republic, ex-noble and clergy, member of the political party, even member of his own party who did not agree with his method were arrested, prisons and then tried by a revolutionary tribunal। ਹੁੰਦਾ ਕੀ ਸੀਗਾ ਵੀ ਜੇ ਉਹਨੂੰ ਕੋਈ ਲੱਗਦਾ ਕੋਈ ਵੀ ਦੁਸ਼ਮਣ ਉਹਦਾ ਜਾਂ ਕੋਈ ਉਹਦੇ ਐਕਸ ਨੋਬਲਸ ਜਿਹੜੇ ਪੁਰਾਣੇ ਜਿਹੜੇ ਅਮੀਰ ਬੰਦੇ ਸੀ ਜਾਂ ਕਲਰਜੀ ਜਾਂ ਹੋਰ ਮੈਂਬਰ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਮੈਂਬਰ ਸੀਗੇ, ਜਾਂ ਉਹਨੂੰ ਲੱਗਦਾ ਕਿ ਮੇਰੀ ਪਾਰਟੀ ਦਾ ਕੋਈ ਆਪਦਾ ਹੀ ਬੰਦਾ ਉਹਦੇ ਵਿਰੁੱਧ ਹੈ, ਉਹਦੀਆਂ ਪਾਲਿਸੀਆਂ ਦੇ ਵਿਰੁੱਧ ਹੈਗਾ,
ਤਾਂ ਉਹ ਕੀ ਕਰਦਾ ਸੀ, ਉਹਨਾਂ ਨੂੰ ਅਰੈਸਟ ਕਰ ਲੈਂਦਾ ਸੀ, ਉਹਨਾਂ ਦੇ ਉੱਤੇ ਮੁਕੱਦਮਾ ਚਲਾਉਂਦਾ ਸੀਗਾ ਅਤੇ ਉਹਨਾਂ ਨੂੰ ਜਿਹੜੀ ਰੈਵੋਲੂਸ਼ਨਰੀ ਕਮੇਟੀ ਬਣੀ ਹੋਈ ਸੀਗੀ, ਟ੍ਰਿਬਿਊਨਲ ਬਣਿਆ ਹੋਇਆ ਸੀ, ਉਹਨੂੰ ਸੌਂਪ ਦਿੰਦਾ ਸੀਗਾ ਕਿ ਜੋ ਉਹਦੇ ਨਾਲ ਮਰਜ਼ੀ ਕਰਨ, ਉਹਨੂੰ ਮਾਰ ਵੀ ਸਕਦੇ ਸੀਗੇ, ਉਹਨੂੰ ਕੋਈ ਪ੍ਰਿਜ਼ਨ ਵੀ ਕਰ ਸਕਦੇ ਸੀਗੇ ਜਿਹੜੀ ਰੈਵੋਲੂਸ਼ਨਰੀ ਕਮੇਟੀ ਸੀਗੀ। ਤਾਂ ਤੁਸੀਂ ਟ੍ਰਿਬਿਊਨਲ ਦਾ ਵਰਡ ਮੀਨਿੰਗ ਫਾਈਂਡ ਕਰਨਾ ਹੈਗਾ, ਇੰਪ੍ਰਿਜ਼ਨਡ ਜੇਲ੍ਹ ਕਰਨਾ। ਫਿਰ ਦੈਨ ਸਾਡੇ ਕੋਲ ਹੈਗਾ tried by a revolutionary tribunal if the court found the guilty they were guillotined। ਜੇ ਜਿਹੜੀ ਉੱਥੇ ਕੋਰਟ ਬਣੀ ਸੀਗੀ, ਪਬਲਿਕ ਗੌਰਮੈਂਟ ਜਦੋਂ ਬਣ ਗਈ ਸੀਗੀ ਦੇਸ਼ ਦੇ ਵਿੱਚ, ਇੱਕ ਗੌਰਮੈਂਟ ਆ ਗਈ ਸੀ ਰਿਪਬਲਿਕ ਗੌਰਮੈਂਟ, ਅਤੇ ਉਹਦੇ ਵਿੱਚ ਇੱਕ ਜੁਡੀਸ਼ਰੀ ਵੀ ਬਣਾਈ ਗਈ ਸੀ, ਕੋਰਟ ਬਣਾਈਆਂ ਗਈਆਂ ਸੀਗੀਆਂ। ਜੇ ਕੋਰਟ ਫਾਊਂਡ ਕਰ ਲੈਂਦੀ ਹੈ ਕਿ ਕੋਈ ਬੰਦਾ ਜਿਹੜਾ ਹੈਗਾ ਉਹਦੇ ਦੋਸ਼ ਪਾਇਆ ਜਾਂਦਾ, ਗਿਲਟੀ ਪਾਈ ਜਾਂਦੀ ਆ, ਤਾਂ ਫਿਰ ਕੀ ਹੁੰਦਾ ਸੀਗਾ ਕਿ ਉਸ ਪਰਸਨ ਨੂੰ ਗਿਲੋਟਾਈਨ ਕਰ ਦਿੱਤਾ ਜਾਂਦਾ ਸੀ। ਇਫ ਦਾ ਕੋਰਟ ਫਾਊਂਡ ਦੈਮ ਗਿਲਟੀ ਦੇ ਵਰ ਗਿਲੋਟਾਈਨਡ, ਉਹਨਾਂ ਨੂੰ ਗਿਲੋਟਾਈਨ ਕਰ ਦਿੱਤਾ ਜਾਂਦਾ ਸੀਗਾ। ਹੁਣ ਗਿਲੋਟਾਈਨ ਕਰਨਾ ਕੀ ਹੁੰਦਾ, ਇਹ ਮੀਨਿੰਗ ਤੁਹਾਨੂੰ ਲੱਭਣ ਦੀ ਲੋੜ ਨਹੀਂ, ਇਹ ਮੀਨਿੰਗ ਦਿੱਤਾ ਹੋਇਆ ਤੁਹਾਡੇ ਅੱਗੇ ਇਸੇ ਲਾਈਨ ਦੇ ਵਿੱਚ। ਦ ਗਿਲੋਟਾਈਨ ਇਜ਼ ਏ ਡਿਵਾਈਸ, ਇੱਕ ਇੱਦਾਂ ਦੀ ਡਿਵਾਈਸ ਸੀ, ਇੱਕ ਇੱਦਾਂ ਦੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਹਥਿਆਰ ਸੀ, ਕੰਸਿਸਟਿੰਗ ਆਫ 2 ਪੋਲਸ, ਜਿਹਦੇ 2 ਪੋਲਸ ਹੁੰਦੇ ਸੀਗੇ, ਐਂਡ ਬਲੇਡ ਵਿਦ ਵਿਚ ਏ ਪਰਸਨ ਇਜ਼ ਬੀਹੈਡਡ। ਅਤੇ ਇੱਦਾਂ ਦੀ ਡਿਵਾਈਸ ਸੀ ਜਿਹਦੇ ਵਿੱਚ ਜਿਹੜਾ ਹੈਗਾ ਉਹਦਾ ਸਿਰ ਲਾ ਦਿੱਤਾ ਜਾਂਦਾ ਸੀ ਪਰਸਨ ਦਾ, ਅਤੇ 2 ਬਲੇਡਸ ਲੱਗੇ ਹੁੰਦੇ ਸੀਗੇ ਜਿਹਦੇ ਵਿੱਚ ਉਹਦਾ ਸਿਰ ਰੱਖ ਕੇ ਉਹਨੂੰ ਉਹਦੇ ਧੜਾਂ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਸੀਗਾ। ਇਟ ਵਾਜ਼ ਨੇਮਡ ਆਫਟਰ ਡਾਕਟਰ ਗਿਲੋਟਾਈਨ ਹੂ ਇਨਵੈਂਟਡ ਇਟ। ਤਾਂ ਇਹਦੀ ਖੋਜ ਕਿਹਨੇ ਕੀਤੀ ਸੀਗੀ, ਇੱਕ ਡਾਕਟਰ ਸੀਗਾ ਜਿਹਦਾ ਨਾਮ ਸੀ ਗਿਲੋਟਾਈਨ, ਉਹਨੇ ਇਹਦੀ ਖੋਜ ਕੀਤੀ ਸੀਗੀ ਗਿਲੋਟਾਈਨ ਡਿਵਾਈਸ ਦੀ। ਅਤੇ ਜੇ ਅਸੀਂ ਇਹਦੀ ਪਿਕਚਰ ਦੇਖਣੀ ਹੋਵੇ ਤਾਂ ਕਿਸ ਤਰ੍ਹਾਂ ਤੁਹਾਨੂੰ ਸ਼ੋਅ ਕਰਦੇ ਹਾਂ। ਇੱਕ ਇਸ ਤਰ੍ਹਾਂ ਦੀ ਜਿਹੜੀ ਡਿਵਾਈਸ ਸੀਗੀ ਜਿਹਦੇ ਵਿੱਚ ਵਿਅਕਤੀ ਦਾ ਜਿਹੜਾ ਹੈਗਾ ਸਿਰ ਉਹਦੇ ਵਿੱਚ ਰੱਖ ਦਿੱਤਾ ਜਾਂਦਾ ਸੀਗਾ। ਇਹਦੇ ਵਿੱਚ ਉਹ ਵਿਅਕਤੀ ਦਾ ਸਿਰ ਫਸਾ ਕੇ ਉੱਪਰੋਂ ਦੀ ਜਿਹੜਾ ਹੈਗਾ ਇਹ ਵਾਲੀ ਡਿਵਾਈਸ ਜਿਹੜੀ ਹੈਗੀ ਆ ਉਹਦਾ ਜਿਹੜਾ ਹੈ ਬਲੇਡ ਆ ਇਹਨੂੰ ਨੀਚੇ ਕਰ ਦਿੱਤਾ ਜਾਂਦਾ ਸੀ, ਜਿਸ ਕਰਕੇ ਜਿਹੜਾ ਹੈਗਾ ਵਿਅਕਤੀ ਦਾ ਸਿਰ ਕੱਟ ਹੋ ਜਾਂਦਾ ਸੀਗਾ। ਹੋਰ ਵੀ ਇਹਦੀਆਂ ਬਹੁਤ ਸਾਰੀਆਂ ਪਿਕਚਰ ਤੁਸੀਂ ਦੇਖ ਸਕਦੇ ਹੋ। ਗਿਲੋਟਾਈਨ ਡਿਵਾਈਸ ਜਿਹੜੀ ਯੂਜ਼ ਕੀਤੀ ਜਾਂਦੀ ਸੀਗੀ ਉਹਦੀ ਪਿਕਚਰ ਕੁਛ ਇਸ ਤਰ੍ਹਾਂ ਦੀ ਲੱਗਦੀ ਸੀਗੀ ਕਿ ਇੱਕ ਬਲੇਡ ਸੀ, ਇਹਦੇ ਵਿਚਕਾਰ ਜਿਹੜਾ ਬਲੇਡ ਸੀਗਾ ਜਦੋਂ ਉਹਨੂੰ ਇਹਦੇ ਵਿੱਚ ਸਿਰ ਉਹਦਾ ਕੈਚ ਕਰ ਲੈਂਦੇ ਸੀਗੇ, ਫਿਰ ਉੱਪਰੋਂ ਦੀ ਇਹਨੂੰ ਬਲੇਡ ਨੂੰ ਸਿੱਟ ਦਿੰਦੇ ਸੀਗੇ, ਜਿਹਦੇ ਕਰਕੇ ਉਹਦਾ ਸਿਰ ਜਿਹੜਾ ਹੈਗਾ ਉਹਦੀ ਧੜ ਨਾਲੋਂ ਅਲੱਗ ਹੋ ਜਾਂਦਾ ਸੀਗਾ। ਇਸ ਤਰ੍ਹਾਂ ਦੀ ਇਹ ਗਿਲੋਟਾਈਨ ਡਿਵਾਈਸ ਸੀਗੀ। ਰੋਬੇਸਪੀਅਰ ਗੌਰਮੈਂਟ ਇਸ਼ੂਡ ਲਾਜ਼, ਰੋਬੇਸਪੀਅਰ ਦੀ ਗੌਰਮੈਂਟ ਨੇ ਇਸ਼ੂ ਕੀਤੇ ਲਾਜ਼ ਪਲੇਸਿੰਗ ਏ ਮੈਕਸੀਮਮ ਸੀਲਿੰਗ ਔਨ ਵੇਜਸ ਐਂਡ ਪ੍ਰਾਈਜ਼ਸ। ਅਤੇ ਰੋਬੇਸਪੀਅਰ ਨੇ ਕੀ ਕੀਤਾ ਕਿ ਉਹਨਾਂ ਦੀ ਗੌਰਮੈਂਟ ਨੇ ਲਾਅ ਜਿਹੜੇ ਹੈਗੇ ਆ ਇਸ਼ੂ ਕੀਤੇ ਕਿ ਜਿਹੜਾ ਮੈਕਸੀਮਮ ਸੀਲਿੰਗ ਔਨ ਵੇਜਸ ਐਂਡ ਪ੍ਰਾਈਜ਼ਸ, ਜਿਹੜਾ ਹੈਗਾ ਸੀਲ ਕਰਤੇ ਉਹਨੇ ਵੇਜਸ ਐਂਡ ਪ੍ਰਾਈਜ਼ਸ ਕਿ ਇੰਨੇ ਹੀ ਰਹਿਣਗੇ। ਮੀਟ ਐਂਡ ਬ੍ਰੈਡ ਵਰ ਰਾਸ਼ਨਡ, ਮੀਟ ਅਤੇ ਬ੍ਰੈਡ ਨੂੰ ਰਾਸ਼ਨ ਕੀਤਾ ਗਿਆ ਲੋਕਾਂ ਤੱਕ ਤਾਂ ਕਿ ਆਮ ਲੋਕਾਂ ਤੱਕ ਪਹੁੰਚ ਸਕੇ। ਉਹ ਕਿਉਂਕਿ ਲੋਕ ਉਹਨੂੰ ਮਹਿੰਗੇ ਕਰਕੇ ਚੀਜ਼ਾਂ ਨੂੰ ਖਰੀਦ ਨਹੀਂ ਸਕਦੇ ਸੀ, ਇਸ ਕਰਕੇ ਉਸਨੇ ਕੀ ਕੀਤਾ ਹੈਗਾ ਰੋਬੇਸਪੀਅਰ ਨੇ ਜਿਹੜੇ ਪ੍ਰਾਈਜ਼ ਸੀਗੇ ਉਹਨਾਂ ਨੂੰ ਸੀਲ ਕਰਤਾ ਕਿ ਇਹ ਤੋਂ ਜ਼ਿਆਦਾ ਰੇਟ ਦੇ ਉੱਪਰ ਤੁਸੀਂ ਵੇਚ ਨਹੀਂ ਸਕਦੇ। ਜਿਹੜੇ ਮੀਟ ਅਤੇ ਬ੍ਰੈਡ ਸੀ ਜਿਹੜਾ ਉੱਥੇ ਉਹ ਖਾਂਦੇ ਸੀਗੇ ਉਹਨਾਂ ਨੂੰ ਰਾਸ਼ਨ ਕੀਤਾ ਗਿਆ। ਪੀਜ਼ੈਂਟ ਵਰ ਫੋਰਸ ਟੂ ਟਰਾਂਸਪੋਰਟ ਦੀਅਰ ਗ੍ਰੇਨ ਟੂ ਦ ਸਿਟੀਜ਼ ਐਂਡ ਸੈਲ ਇਟ ਐਟ ਫਿਕਸ ਪ੍ਰਾਈਜ਼ ਫਿਕਸਡ ਬਾਏ ਦਾ ਗੌਰਮੈਂਟ। ਅਤੇ ਕਿਸਾਨਾਂ ਨੂੰ ਮਜਬੂਰ ਕੀਤਾ ਗਿਆ ਕਿ ਜਿਹੜੀ ਫੂਡ ਗ੍ਰੇਨ ਆ ਟਰਾਂਸਪੋਰਟ ਦੀ ਗ੍ਰੇਨ ਟੂ ਦਾ ਸਿਟੀਜ਼
ਸਿਟੀਜ਼ ਵਿੱਚ ਲਿਆਂਦੇ ਜਾਣ ਐਂਡ ਸੈਲ ਇਟ, ਉਹਨੂੰ ਫਿਕਸ ਪ੍ਰਾਈਸ 'ਤੇ ਹੀ ਵੇਚਿਆ ਜਾਵੇ, ਤਾਂ ਕਿ ਜਿਹੜਾ ਹੈਗਾ ਕਿ ਮਹਿੰਗਾਈ ਨਾ ਵਧੇ ਔਰ ਜਿਹੜੇ ਆਮ ਲੋਕ ਆ ਫੂਡ ਗ੍ਰੇਨ ਨੂੰ ਖਰੀਦ ਸਕਣ। ਦਾ ਯੂਜ਼ ਆਫ ਮੋਰ ਐਕਸਪੈਂਸਿਵ ਵਾਈਟ ਫਲੋਰ ਵਾਜ਼ ਫੋਰਬਿਡਨ, ਤਾਂ ਜਿਹੜਾ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਚੱਕੀ ਦਾ ਆਟਾ, ਜਿਹੜਾ ਇਹਨੂੰ ਵਾਈਟ ਫਲੋਰ ਆਪਾਂ ਬੋਲਦੇ ਹਾਂ, ਉਹ ਬੰਦ ਕਰ ਦਿੱਤਾ ਗਿਆ ਸੀਗਾ। ਇਹ ਨਿਸ਼ਾਨੀ ਮੰਨਿਆ ਜਾਂਦਾ ਸੀਗਾ, ਇੱਕ ਸਿੰਬੋਲਿਕ ਚਿੰਨ੍ਹ ਸੀਗਾ ਕਿ ਜਿਹੜਾ ਹੈਗਾ ਵਾਈਟ ਫਲੋਰ ਉਹਨੂੰ ਕੌਣ ਯੂਜ਼ ਕਰਦੇ ਆ, ਕਿੱਥੋਂ ਦੇ ਲੋਕ ਯੂਜ਼ ਕਰਦੇ ਹੈਗੇ ਆ, ਜਿਹੜੇ ਨੋਬਲ ਲੋਕ ਆ ਉਹ ਯੂਜ਼ ਕਰਦੇ, ਇਸ ਕਰਕੇ ਵਾਈਟ ਫਲੋਰ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਫੋਰਬਿਡਨ ਵਰਡ ਤੁਸੀਂ ਫਾਈਂਡ ਕਰਨਾ, ਸਟੂਡੈਂਟ ਫੋਰਬਿਡਨ ਵਰਡ ਨੂੰ ਫਾਈਂਡ ਕਰਨਗੇ ਫਰੋਮ ਕੈਂਬਰਿਜ ਡਿਕਸ਼ਨਰੀ ਓਨਲੀ। all citizens were required to eat the Pendigalite quality bread, ਤਾਂ ਜਿਹੜੇ ਸਾਰੇ ਲੋਕ ਆ ਉਹਨਾਂ ਨੂੰ ਸਿਰਫ ਕੀ ਖਾਣਾ ਪਊਗਾ, ਕੁਆਲਿਟੀ ਬ੍ਰੈਡ ਜਿਹੜਾ ਕਿ ਉੱਥੇ ਬਣਦਾ ਸੀਗਾ ਬ੍ਰੈਡ ਇੱਕੋ ਜਿਹਾ, ਅ ਲੋਫ ਮੇਡ ਆਫ ਹੋਲ ਵੀਟ। ਲੋਫ ਵਰਡ ਤੁਸੀਂ ਫਾਈਂਡ ਕਰਨਾ, ਲੋਫ ਮੇਡ ਆਫ ਹੋਲ ਵੀਟ, ਜਿਹੜਾ ਕੀ ਆ ਸਾਰੀ ਕਣਕ ਦਾ ਜਿਹੜਾ ਬਣਿਆ ਹੁੰਦਾ ਸੀਗਾ। ਕੁਆਲਿਟੀ ਵਾਜ਼ also sought to be practiced through the form of speech and address, ਅਤੇ ਲੋਕਾਂ ਨੂੰ ਦੱਸ ਕੇ ਹੈਗੀ ਹੈ ਸਮਾਜ ਦੇ ਵਿੱਚ ਕੁਆਲਿਟੀ ਲਿਆਂਦੀ ਗਈ ਕਿ ਅਸੀਂ ਸਾਰੇ ਬਰਾਬਰ ਹਾਂ, ਹੁਣ ਕੋਈ ਵੀ ਵੱਡਾ ਅਤੇ ਕੋਈ ਛੋਟਾ ਨਹੀਂ ਹੈਗਾ। ਇੰਸਟੀਡ ਆਫ ਟ੍ਰਡੀਸ਼ਨਲ ਮੋਨਿਸਰ ਸਰ ਐਂਡ ਮੈਡਮ, ਆਲ ਫਰੈਂਚ ਮੈਨ ਐਂਡ ਵੂਮਨ ਵਰ ਹੈਂਸਫੋਰਥ ਸਿਟੀਓਨ ਐਂਡ ਸਿਟੀਅਨਸ ਬੋਲਣਗੇ। ਕਹਿਣ ਦਾ ਮਤਲਬ ਕੀ ਆ ਕਿ ਹੁਣ ਜਿਵੇਂ ਉਹ ਪਹਿਲਾਂ ਸਰ ਅਤੇ ਮੈਡਮ ਬੋਲਦੇ ਸੀ ਫਰੈਂਚ ਦੇ ਵਿੱਚ, ਹੁਣ ਇੱਦਾਂ ਉਹ ਨਹੀਂ ਬੋਲਣਗੇ, ਉਹ ਬੋਲਣਗੇ ਕਿ ਫਰੈਂਚ ਮੈਨ ਐਂਡ ਵੂਮਨ ਹੈਂਸਫੋਰਥ ਸਿਟੀਅਨ ਅਤੇ ਸਿਟੀਜ਼ਨ ਬੋਲਣਗੇ। ਕਿਉਂ ਨਾ ਹੈਂਸਫੋਰਥ ਦਾ ਮੀਨਿੰਗ ਫਾਈਂਡ ਕਰਨਾ, ਹੈਂਸਫੋਰਥ ਇਨਟੂ ਬੈਰਕਸ ਔਰ ਆਫਿਸ, ਜਾਂ ਤਾਂ ਉਹਨਾਂ ਨੂੰ ਬੈਰਕਸ ਵੈਸੇ ਛਾਉਣੀ ਹੁੰਦਾ, ਜਿਹਦੀ ਆਰਮੀ ਦੀ ਛਾਉਣੀ ਹੁੰਦੀ ਉਹਨੂੰ ਬੈਰਕਸ ਬੋਲਦੇ ਆ, ਜਾਂ ਫਿਰ ਉਹਨੂੰ ਆਫਿਸ 'ਚ ਤਬਦੀਲ ਕਰ ਦਿੱਤਾ ਗਿਆ ਸੀ। ਰੋਬੇਸਪੀਰੇ ਪਰਸਿਊਡ ਹਿਜ਼ ਪੋਲਿਸੀ ਸੋ ਰਿਲੈਂਟਲੈਸਲੀ, ਰਿਲੈਂਟਲੈਸਲੀ ਵਰਡ ਜਿਹੜਾ ਸਟੂਡੈਂਟ ਨੇ ਫਾਈਂਡ ਕਰਨਾ। ਰੋਬੇਸਪੀਰੇ ਨੇ ਆਪਣੀ ਜਿਹੜੀ ਪੋਲਿਸੀ ਨੂੰ ਲਗਾਤਾਰ ਚਲਾਇਆ, ਦੈਟ ਈਵਨ ਹੀਜ਼ ਸਪੋਰਟਰ ਬਿਗੇਨ ਟੂ ਡਿਮਾਂਡ ਮੋਡਰੇਸ਼ਨ, ਜਦੋਂ ਕਿ ਉਹਦੇ ਜਿਹੜੇ ਸਪੋਰਟਰ ਸੀਗੇ ਉਹ ਇਹ ਚਾਹੁੰਦੇ ਸੀਗੇ ਕਿ ਹੁਣ ਕੋਈ ਨਵੀਆਂ ਚੀਜ਼ਾਂ ਵੀ ਕੀਤੀਆਂ ਜਾਣ, ਮਾਡਰਨ ਪੋਲਿਸੀ ਲੈ ਕੇ ਆਉਂਦੀ ਆ ਵੀ ਡਿਮਾਂਡ ਮੋਡਰੇਸ਼ਨ, ਉਹ ਨਵੇਂ ਤਰੀਕੇ ਨਾਲ ਹੋਰ ਵੀ ਬਦਲਣਾ ਚਾਹੁੰਦੇ ਸੀਗੇ ਸਮਾਜ ਨੂੰ। ਫਿਰ ਕੀ ਹੁੰਦਾ ਗਾ, ਫਾਈਨਲੀ ਹੀ ਵਾਜ਼ ਕਨਵਿਕਟਡ, ਅਤੇ ਹੁਣ ਜਿਹੜਾ ਰੋਬੇਸਪੀਰੇ ਸੀ ਉਹਨੂੰ ਵੀ ਕਨਵਿਕਟ ਕਰ ਲਿਆ ਗਿਆ, ਫੜ ਲਿਆ ਗਿਆ ਬਾਏ ਕੋਰਟ, ਜਿਹੜਾ ਕੋਰਟ ਬਣਿਆ ਸੀ ਇਨ ਜੁਲਾਈ 1794, ਜੁਲਾਈ 1794 ਦੇ ਵਿੱਚ ਜਿਹੜਾ ਹੈਗਾ ਉਹਨੂੰ ਕਨਵਿਕਟ ਕਰ ਲਿਆ ਗਿਆ, ਉਹਨੂੰ ਅਰੈਸਟ ਕੀਤਾ ਗਿਆ ਐਂਡ ਔਨ ਦਾ ਨੈਕਸਟ ਡੇ, ਅਤੇ ਅਗਲੇ ਦਿਨ ਸੈਂਟ ਟੂ ਦਾ ਗਿਲੋਟਾਈਨ, ਅਤੇ ਹੁਣ ਉਹਨੂੰ ਰੋਬੇਸਪੀਰੇ ਨੂੰ ਵੀ ਮਾਰ ਦਿੱਤਾ ਗਿਆ। ਹੁਣ ਇੱਕ ਸਟੋਰੀ 'ਚੋਂ ਵੀ ਇੱਕ ਕਹਾਵਤ ਬਣ ਕੇ ਨਿਕਲਦੀ ਆ ਕਿ ਜੈਸੀ ਕਰਨੀ ਵੈਸੀ ਭਰਨੀ। ਰੋਬੇਸਪੀਰੇ ਨੇ ਲੋਕਾਂ ਨਾਲ ਨਿਰਦਈ ਤਰੀਕੇ ਨਾਲ ਵਿਹਾਰ ਕੀਤਾ ਸੀ, ਇਸੇ ਕਰਕੇ ਉਹਨੇ ਕਈ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ ਗਿਲੋਟਾਈਨ ਕਰ ਦਿੱਤਾ ਸੀਗਾ। ਉਸਨੇ ਕਿਸੇ ਦੀ ਆਵਾਜ਼ ਨਹੀਂ ਸੁਣੀ, ਚਾਹੇ ਉਹ ਸਹੀ ਸੀ ਜਾਂ ਗਲਤ, ਇਸੇ ਕਰਕੇ ਉਹੀ ਸਲੂਕ ਫਿਰ ਬਾਅਦ ਵਿੱਚ ਉਹਦੇ ਨਾਲ ਵੀ ਹੋਇਆ ਕਿ ਉਸ ਨੂੰ ਵੀ ਗਿਲੋਟਾਈਨ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਉਸਦਾ ਹੈੱਡ ਕੱਟ ਕੇ। ਗਿਲੋਟਾਈਨ ਦਾ ਮੀਨਿੰਗ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਸਟੂਡੈਂਟ। ਨੈਕਸਟ ਵੀ ਦੇਖ ਸਕਦੇ ਹੋ, ਇੱਦਾਂ ਫਰਾਂਸ ਦੀ ਇੱਕ ਝਲਕ ਦਿੱਤੀ ਹੋਈ ਆ, ਲੋਕ ਇਕੱਠੇ ਹੋਏ ਆ। ਅਸੀਂ ਛੋਟਾ ਜਿਹਾ ਸਬ ਟੌਪਿਕ ਹੋਰ ਪੜ੍ਹਦੇ ਹਾਂ ਜਿਹਦਾ ਨਾਮ ਹੈ 3.2 ਆ ਡਾਇਰੈਕਟਰੀ ਰੂਲਸ ਇਨ ਫਰਾਂਸ। ਹੁਣ ਰੋਬੇਸਪੀਰੇ ਦੇ ਮਰਨ ਤੋਂ ਬਾਅਦ ਜਾਂ ਜੈਕਬਨ ਗਰੁੱਪ ਦੇ ਖਤਮ ਹੋਣ ਤੋਂ ਬਾਅਦ ਇੱਕ ਨਵਾਂ ਰੂਲ ਜਿਹੜਾ ਹੈਗਾ ਦੇਸ਼ ਦੇ ਅੰਦਰ ਆਉਂਦਾ, ਜਿਹਨੂੰ ਆਪਾਂ ਡਾਇਰੈਕਟਰੀ ਰੂਲ ਬੋਲਦੇ ਹਾਂ, ਡਾਇਰੈਕਟਰੀ ਰੂਲਸ ਆਫ ਫਰਾਂਸ। ਇੱਕ ਤਰ੍ਹਾਂ ਦੀ ਸੰਸਥਾ ਬਣ ਜਾਂਦੀ ਆ ਉੱਥੇ ਵੀ, ਜਿਹਨੂੰ ਡਾਇਰੈਕਟਰੀ ਰੂਲਸ ਬੋਲਦੇ ਸੀ, ਜਿਹਦੇ ਵਿੱਚ ਹੈਗਾ ਨੈਪੋਲੀਅਨ ਬੋਨਾਪਾਰਟ ਦਾ ਉਥਾਨ ਹੁੰਦਾ, ਜੋ ਕਿ ਵਰਲਡ ਹਿਸਟਰੀ ਦੇ ਵਿੱਚ ਬਹੁਤ ਵੱਡਾ ਪੋਲੀਟੀਕਲ ਲੀਡਰ ਮੰਨਿਆ ਗਿਆ। ਬਟ ਉਹਨੇ ਫਰਾਂਸ ਦੇ ਵਿੱਚ ਆ ਕੇ ਡਿਕਟੇਟਰਸ਼ਿਪ ਨੂੰ ਪੈਦਾ ਕੀਤਾ। ਰਿਪਬਲਿਕ ਗਵਰਨਮੈਂਟ ਬਣਨ ਦੇ ਬਾਵਜੂਦ ਵੀ ਫਿਰ ਉੱਥੇ ਇੱਕ ਵਾਰੀ ਡਿਕਟੇਟਰਸ਼ਿਪ ਆ ਜਾਂਦੀ ਆ। ਆ ਡਾਇਰੈਕਟਰੀ ਰੂਲਸ France. The fall of Jacobin government allowed the wealthier middle class to seize power.
एक्सरसाइज दा मीनिंग फाइंड करना स्टूडेंट ने। जैकबन गवर्नमेंट दे डिगन तो बाद ਜਿਹੜੀ ਵੈਲਥੀਅਰ ਮਿਡਲ ਕਲਾਸ ਹੁੰਦੀ ਆ ਉਹ ਪਾਵਰ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ, ਪਾਵਰ ਨੂੰ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕਰਦੇ ਆ। ਨਿਊ ਕੰਸਟੀਟਿਊਸ਼ਨ ਵਾਜ਼ ਇੰਟਰੋਡਿਊਸਡ, ਨਵਾਂ ਸੰਵਿਧਾਨ ਬਣਾਇਆ ਜਾਂਦਾ ਵਿਚ ਡਿਨਾਈਡ ਦਾ ਵੋਟ ਟੂ ਨੋਨ ਪ੍ਰੋਪਰਟੀਡ ਸੈਕਸ਼ਨ ਆਫ ਸੋਸਾਇਟੀ। ਹੁਣ ਫਿਰ ਕੀ ਹੁੰਦਾ ਕਿ ਨਵਾਂ ਕੰਸਟੀਟਿਊਸ਼ਨ ਫਿਰ ਬਣਾ ਲੈਂਦੇ ਆ, ਜਾਣੀ ਕਿ ਉਤਰਾਅ ਚੜਾਅ ਜਿਹੜੇ ਹੈਗੇ ਆ ਦੇਸ਼ 'ਚ ਚੱਲਦੇ ਹੀ ਰਹਿੰਦੇ ਆ। ਡਿਨਾਈਡ ਟੂ ਵੋਟ ਨੋਨ ਪ੍ਰੋਪਰਟੀ, ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਪ੍ਰੋਪਰਟੀ ਨਹੀਂ ਹੁੰਦੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਫਿਰ ਉਹ ਬੰਦ ਕਰ ਦਿੰਦੇ ਆ। ਇਟ ਪ੍ਰੋਵਾਈਡਡ ਫਾਰ ਟੂ ਇਲੈਕਟਡ ਲੈਜਿਸਲੇਟਿਵ ਕਾਉਂਸਲ, ਇੱਥੇ ਦੋ ਤਰ੍ਹਾਂ ਦੀ ਲੈਜਿਸਲੇਟਿਵ ਕਾਉਂਸਲ ਜਿਹੜੀ ਹੈਗੀ ਬਣਾਈ ਜਾਂਦੀ ਆ। ਦੀਜ਼ ਦੈਨ ਅਪੋਇੰਟਡ ਏ ਡਾਇਰੈਕਟਰੀ, ਉਹਨਾਂ ਨੇ ਇੱਕ ਡਾਇਰੈਕਟਰੀ ਅਪੋਇੰਟ ਕੀਤੀ ਜਿਹਦੇ ਵਿੱਚ ਐਨ ਐਗਜ਼ੀਕਿਊਟਿਵ ਮੇਡ ਅਪ ਆਫ 5 ਮੈਂਬਰਸ। ਅਤੇ ਇਹ ਜਿਹੜੀ ਇਹਨੂੰ ਐਗਜ਼ੀਕਿਊਟ ਕਿਵੇਂ ਕੀਤਾ ਜਾਂਦਾ, ਇਹਨੂੰ ਚਲਾਇਆ ਕਿਵੇਂ ਜਾਂਦਾ ਸੀ, ਇਹਦੇ 5 ਮੈਂਬਰ ਹੁੰਦੇ ਸੀਗੇ ਉਹ ਚਲਾਉਂਦੇ ਸੀਗੇ। ਇੱਕ ਡਾਇਰੈਕਟਰੀ ਬਣਾ ਦਿੱਤੀ ਗਈ ਸੀਗੀ। ਦਿਸ ਵਾਜ਼ ਮੀਨਡ ਐਜ਼ ਏ ਸੇਫਗਾਰਡ ਅਗੇਂਸਟ ਦਾ ਕੰਸਟੀਟਿਊਸ਼ਨ ਆਫ ਪਾਵਰ ਐਂਡ ਵਨ ਮੈਨ ਐਗਜ਼ੀਕਿਊਟਿਵ ਅੰਡਰ ਦਾ ਜੈਕਬਨ। ਹੁਣ ਇਹ ਡਾਇਰੈਕਟਰੀ ਕਿਉਂ ਬਣੀ ਸੀਗੀ ਕਿ ਇਹ ਤੋਂ ਪਹਿਲਾਂ ਜਿਹੜਾ ਜੀਨ ਜੈਕਬਨ ਸੀਗਾ, ਜੈਕਬਨ ਗਰੁੱਪ ਸੀਗਾ, ਉਹਦੇ ਲੀਡਰ ਨੇ ਕੀ ਕੀਤਾ ਸੀਗਾ, ਸਾਰੀ ਪਾਵਰ ਆਪਣੇ ਹੱਥਾਂ 'ਚ ਲੈ ਲਈ ਸੀ। ਉਸ ਗੱਲ ਨੂੰ ਰੋਕਣ ਵਾਸਤੇ, ਉਸ ਗੱਲ ਦੇ ਸੇਫਗਾਰਡ ਵਾਸਤੇ ਕਿ ਪਾਵਰ ਇੱਕ ਦੇ ਹੱਥ 'ਚ ਨਾ ਆਵੇ, ਇਸੇ ਕਰਕੇ ਉਹਨਾਂ ਨੇ ਹੁਣ ਕੀ ਬਣਾ ਲਿਆ ਸੀਗਾ, ਡਾਇਰੈਕਟਰੀ ਬਣਾ ਲਈ ਸੀ। ਡਾਇਰੈਕਟਰੀ ਵਿੱਚ 5 ਮੈਂਬਰ ਹੁੰਦੇ ਸੀਗੇ। ਹੁਣ ਜੇ 5 ਦੇ ਵਿੱਚ ਹੀ ਜਿਹੜਾ ਸਮਝੌਤਾ ਹੋਊਗਾ, ਸਲਾਹ ਹੋਊਗੀ, ਕਿਸੇ ਦੇ ਗੱਲ ਦੇ ਉੱਪਰ ਫੈਸਲਾ ਹੋਊਗਾ, ਕੋਈ ਲਾਅ ਇੰਪਲੀਮੈਂਟ ਕਰਨਾ, ਤਾਂ ਹੀ ਫਿਰ ਉਹ ਜਿਹੜਾ ਹੈਗਾ ਫਰਾਂਸ ਦੀ ਗਵਰਨਮੈਂਟ, ਫਰਾਂਸ ਦੀ ਸੁਸਾਇਟੀ ਦੇ ਵਿੱਚ ਇੰਪਲੀਮੈਂਟ ਹੁੰਦਾ ਸੀ, ਗਵਰਨਮੈਂਟ ਇੰਪਲੀਮੈਂਟ ਕਰਦੀ ਸੀਗੀ। ਫਿਰ ਕੀ ਹੁੰਦਾ, ਹਾਊਐਵਰ ਦਾ ਡਾਇਰੈਕਟਰ ਆਫਟਨ ਕਲੈਸ਼ ਵਿਦ ਦਾ ਲੈਜਿਸਲੇਟਿਵ ਕਾਉਂਸਲ। ਪਰ ਹੁਣ ਗੱਲ ਉੱਥੇ ਆ ਗਈ ਆ ਕਿ ਜਿਹੜੇ ਡਾਇਰੈਕਟਰ ਆ ਕਲੈਸ਼ ਕਰਦੇ ਰਹਿੰਦੇ ਆ, ਲੜਦੇ ਰਹਿੰਦੇ ਇੱਕ ਦੂਸਰੇ ਨਾਲ। ਮੀਨਿੰਗ ਫਾਈਂਡ ਕਰਨਾ, ਜਿਹੜੇ ਮੀਨਿੰਗ ਨੂੰ ਇੱਦਾਂ ਹਾਈਲਾਈਟ ਕਰਤਾ ਜਾਊਗਾ ਉਹ ਸਟੂਡੈਂਟ ਨੇ ਫਾਈਂਡ ਕਰਨਾ ਵਿਦ ਦਾ ਲੈਜਿਸਲੇਟਿਵ ਕਾਉਂਸਲ। ਤਾਂ ਹੁਣ ਜਿਹੜੇ ਇਹ ਡਾਇਰੈਕਟਰ ਸੀਗੇ, ਡਾਇਰੈਕਟਰੀ ਕਾਉਂਸਲ ਦੇ ਮੈਂਬਰ ਜਿਹੜੇ ਸੀਗੇ, ਉਹ ਕੀ ਹੈ, ਲੈਜਿਸਲੇਟਿਵ ਕਾਉਂਸਲ ਨਾਲ ਹਮੇਸ਼ਾ ਲੜਦੇ ਰਹਿੰਦੇ ਸੀਗੇ। ਉਹਨਾਂ ਦੇ ਜਿਹੜੇ ਹੁੰਦੇ ਆ ਹਮੇਸ਼ਾ ਜਿਹੜੇ ਫੈਸਲੇ ਹੁੰਦੇ ਸੀ ਕਲੈਸ਼ ਕਰਦੇ ਰਹਿੰਦੇ ਸੀ, ਟਕਰਾਉਂਦੇ ਰਹਿੰਦੇ ਸੀ। ਹੂ ਦੈਨ ਸੌਟ ਟੂ ਡਿਸਮਿਸ ਦੈਮ, ਤੇ ਉਹ ਹਮੇਸ਼ਾ ਹੀ ਲੈਜਿਸਲੇਟਿਵ ਕਾਉਂਸਲ ਨੂੰ ਡਿਸਮਿਸ ਕਰਦੇ ਰਹਿੰਦੇ ਸੀਗੇ। The political instability of the directory paved the way for the rise of a military dictator। paved ਹੁੰਦਾ ਕਿਸੇ ਕੰਮ ਨੂੰ ਕਰਨ ਲਈ ਇੱਕ ਰਸਤਾ ਤਿਆਰ ਕਰਨਾ, ਇੱਕ ਢਾਂਚਾ ਤਿਆਰ ਕਰਨਾ, ਬਟ ਮੀਨਿੰਗ ਤੁਸੀਂ ਫਾਈਂਡ ਕਰਕੇ ਲੈ ਕੇ ਆਉਣਾ। ਪੋਲੀਟੀਕਲ ਇੰਸਟੇਬਿਲਿਟੀ ਹੋ ਗਈ ਆਫ ਦਾ ਡਾਇਰੈਕਟਰੀ ਦੇ ਕਰਕੇ। ਡਾਇਰੈਕਟਰੀ ਨੇ ਹੁਣ ਇੱਕ ਨਵਾਂ ਜਿਹੜਾ ਹੈਗਾ ਵੇ ਤਿਆਰ ਕਰਤਾ ਕਿ ਇੱਕ ਨਵਾਂ ਮਿਲਟਰੀ ਡਿਕਟੇਟਰ ਪੈਦਾ ਹੋਇਆ ਫਰਾਂਸ ਦੇ ਵਿੱਚ, ਮਿਲਟਰੀ ਡਿਕਟੇਟਰ। ਹੁਣ ਡਿਕਟੇਟਰ ਕੌਣ ਹੁੰਦਾ, ਜਿਹੜਾ ਸਿਰਫ ਇੱਕ ਵਨ ਮੈਨ ਹੁੰਦਾ, ਔਰ ਉਹ ਮੋਸਟਲੀ ਵਰਲਡ ਦੇ ਵਿੱਚ ਇੱਦਾਂ ਹੀ ਹੋਇਆ ਕਿ ਉਹ ਆਰਮੀ ਦੇ ਵਿੱਚੋਂ ਹੋਇਆ। ਜਿੰਨੇ ਵੀ ਡਿਕਟੇਟਰਸ਼ਿਪ ਜਿਹੜੀ ਹੈਗੀ ਆ ਵਰਲਡ ਦੇ ਵਿੱਚ ਆਈ ਆ, ਉਹ ਹਮੇਸ਼ਾ ਹੀ ਮਿਲਟਰੀ ਮੈਨ ਹੋਏ ਆ। ਚਾਹੇ ਉਹ ਹਿਟਲਰ ਸੀਗਾ, ਚਾਹੇ ਉਹ ਨੈਪੋਲੀਅਨ ਬੋਨਾਪਾਰਟ ਸੀ, ਅਤੇ ਚਾਹੇ ਉਹ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦਾ ਜਿਹੜਾ ਜਨਰਲ ਪਰਵੇਜ਼ ਮੁਸ਼ੱਰਫ ਸੀਗਾ, ਉਹ ਵੀ ਮਿਲਟਰੀ ਡਿਕਟੇਟਰ ਸੀਗਾ। ਰਾਈਜ਼ ਆਫ ਏ ਮਿਲਟਰੀ ਡਿਕਟੇਟਰ, ਜਿਹਦਾ ਨਾਮ ਕੀ ਸੀਗਾ, ਨੈਪੋਲੀਅਨ ਬੋਨਾਪਾਰਟ, ਉਹਦਾ ਨਾਮ ਸੀਗਾ ਨੈਪੋਲੀਅਨ ਬੋਨਾਪਾਰਟ। ਬਟ ਇਹ ਡਿਕਟੇਟਰ ਫਰਾਂਸ ਲਈ ਬਹੁਤ ਵਧੀਆ ਸਿੱਧ ਹੋਇਆ ਕਿਉਂਕਿ ਇਹਨੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਫਰਾਂਸ ਦੇ ਵਿੱਚ ਲੈ ਕੇ ਆਉਂਦੀਆਂ। ਥਰੂ ਆਲ ਦੀਸ ਚੇਂਜਸ ਇਨ ਦਾ ਫਾਰਮ ਆਫ ਗਵਰਨਮੈਂਟ, ਦਾ ਆਈਡੀਆ ਆਫ ਫਰੀਡਮ of equality before law and fraternity remained inspiring ideals that motivated political movement in France। ਚੇਂਜ ਹੋਣ ਦੇ ਬਾਅਦ ਵੀ ਕੀ ਹੋਇਆ ਕਿ ਇਹ ਗਵਰਨਮੈਂਟ ਆਉਣ ਦੇ ਨਾਲ ਵੀ ਜਿਹੜਾ ਆਈਡੀਆ ਸੀ ਉਹ ਫਰੀਡਮ ਦਾ, ਵੀ ਆਜ਼ਾਦੀ ਹੋਊਗੀ ਲੋਕਾਂ ਦੀ, ਲੋਕਾਂ ਦੇ ਵਿੱਚ ਇਕੁਐਲਿਟੀ ਹੋਊਗੀ ਕਾਨੂੰਨ ਦੇ ਸਾਹਮਣੇ, ਅਤੇ ਲੋਕ ਆਪਸ 'ਚ ਭਰਾਤਰੀ ਭਾਵ ਨਾਲ ਰਹਿਣਗੇ। ਇਹ ਚੀਜ਼ਾਂ ਸਾਰੀਆਂ ਇੰਸਪਾਇਰ ਹੁੰਦੀਆਂ ਰਹੀਆਂ, ਮੋਟੀਵੇਟ ਹੁੰਦੀਆਂ ਰਹੀਆਂ ਪੋਲੀਟੀਕਲ ਮੂਵਮੈਂਟ ਇਨ ਫਰਾਂਸ ਐਂਡ ਦਾ ਰੈਸਟ ਆਫ ਯੂਰਪ ਡਿਊਰਿੰਗ ਦਾ ਫੋਲੋਇੰਗ ਸੈਂਚਰੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਯੂਰਪ ਦੇ ਵਿੱਚ ਵੀ ਫੈਲਣ ਲੱਗ ਗਈਆਂ। ਇਹਦੇ ਨਾਲ ਆਪਣਾ ਜਿਹੜਾ ਸਬ ਟੋਪਿਕ ਖਤਮ ਹੁੰਦਾ। ਨੈਕਸਟ ਆਪਾਂ ਜਿਹੜਾ ਸਾਡਾ 4th ਸਬ ਟੋਪਿਕ ਆ ਨੈਕਸਟ ਵੀਡੀਓ ਵਿੱਚ ਸ਼ੁਰੂ ਕਰਾਂਗੇ।
ਅੱਜ ਲਈ ਇੰਨਾ ਹੀ। ਜਿਹੜੇ ਵਰਡ ਤੁਹਾਨੂੰ ਦਿੱਤੇ ਗਏ ਸਟੂਡੈਂਟ ਉਹ ਆਪਣੀ ਨੋਟਬੁੱਕ ਉੱਪਰ ਤੁਸੀਂ ਫਾਈਂਡ ਕਰਕੇ ਲਿਖ ਲੈਣੇ ਆ। ਅਤੇ ਸਟੂਡੈਂਟ ਜਿੰਨੇ ਵੀ ਹੈਗੇ ਆ ਤੁਸੀਂ ਆਪਣੀ ਵਰਡ ਮੀਨਿੰਗ ਗੂਗਲ ਤੋਂ ਨਹੀਂ ਸਰਚ ਕਰਨੇਗੇ। ਸਪੈਸ਼ਲਾਈਜ਼ ਟੂ ਆਲ ਸਟੂਡੈਂਟ you will find your word meaning from Cambridge University, online Cambridge University। ਉਹਦੀ ਵੀਡੀਓ ਤੁਹਾਨੂੰ ਮੈਂ ਪਾ ਦੂੰਗਾ ਕਿ ਕਿਸ ਤਰ੍ਹਾਂ ਤੁਸੀਂ ਉਹਨੂੰ ਫਾਈਂਡ ਕਰਨਾ ਹੈਗਾ। ਜੋ ਤੁਸੀਂ ਮੀਨਿੰਗ ਲਿਖੋਗੇ, ਮੈਂ ਇੱਕ ਦਿਨ ਵੀਡੀਓ ਵਿੱਚ ਦੱਸਿਆ ਵੀ ਸੀਗਾ ਕਿ ਨੀਚੇ ਕੈਂਬਰਿਜ ਦਾ ਇੱਕ ਲਿੰਕ ਆਉਂਦਾ ਔਰ ਤੁਸੀਂ ਉੱਥੋਂ ਯੂਜ਼ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।